हेलो एवरीवन वेलकम टू द चैनल। सो इस वीडियो 'ਚ ਆਪਾਂ ਗੱਲ ਕਰਾਂਗੇ ਸੈਲ ਚੈਪਟਰ ਦੇ ਜਿੰਨੇ ਵੀ ਆਰਗੇਨਲੀਜ਼ ਹੈਗੀਆਂ ਆ ਉਹਨਾਂ ਦੇ ਬਾਰੇ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸੈਲ ਦੀ ਇੰਟਰੋਡਕਸ਼ਨ ਬਾਰੇ ਕੀਤਾ ਸੀ। ਸੋ ਉਸ ਤੋਂ ਅੱਗੇ ਹੈ ਕਿ ਇਹਦੀਆਂ ਆਰਗੇਨਲੀਜ਼ ਕਿਹੜੀਆਂ ਔਰ ਕਿਸ ਤਰੀਕੇ ਨਾਲ ਫੰਕਸ਼ਨ ਕਰਦੀਆਂ। ਹੁਣ ਇਹ ਡਾਇਗਰਾਮ ਹੈ ਪਲਾਂਟ ਸੈਲ ਔਰ ਐਨੀਮਲ ਸੈਲ ਦਾ। ठीक है, प्लांट सैल और एनीमल सैल ਦੇ ਵਿੱਚ ਕੁਛ ਹੀ ਡਿਫਰੈਂਸ ਹੈ, ਜਿੱਦਾਂ ਕਿ ਇਹ ਜਿਹੜੇ ਹੈਗੇ ਇਹ ਯੂਕੈਰੀਓਟਿਕ ਆਰਗੇਨਿਜ਼ਮਸ ਦੇ ਅੰਦਰ ਆਉਂਦੇ ਆ। ਸੈੱਲ ਜਿਹੜੀ ਆ ਪ੍ਰੋਕੈਰੀਓਟਿਕ ਔਰ ਯੂਕੈਰੀਓਟਿਕ ਹੁੰਦੀ। ਪ੍ਰੋਕੈਰੀਓਟਿਕ ਜਿੱਦਾਂ ਬੈਕਟੀਰੀਆ ਵਗੈਰਾ ਹੋ ਗਏ ਉਹ ਪ੍ਰੋਕੈਰੀਓਟਿਕ ਹੈ, ਔਰ ਯੂਕੈਰੀਓਟਿਕ ਸੈਲਸ ਦੇ ਵਿੱਚ ਪਲਾਂਟ ਔਰ ਐਨੀਮਲ ਆ ਜਾਂਦੇ ਆ। ਪਲਾਂਟ ਸੈਲ ਔਰ ਐਨੀਮਲ ਸੈਲ ਦੀਆਂ ਆਰਗੇਨਲੀਜ਼ ਜਿਹੜੀਆਂ ਹੈਗੀਆਂ ਉਹ ਕਾਫੀ ਹੱਦ ਤੱਕ ਸੇਮ ਹੁੰਦੀਆਂ, ਬਸ ਕੁਛ ਹੀ ਫ਼ਰਕ ਹੁੰਦਾ ਹੈ। ਜਿੱਦਾਂ ਕਿ ਪਲਾਂਟ ਸੈਲ ਦੇ ਵਿੱਚ ਸੈਲ ਵਾਲ ਹੁੰਦੀ ਬਟ ਐਨੀਮਲ ਸੈਲ 'ਚ ਸੈਲ ਵਾਲ ਨਹੀਂ ਹੁੰਦੀ। ਇਸ ਤੋਂ ਇਲਾਵਾ ਪਲਾਂਟ ਸੈਲ ਦੇ ਵਿੱਚ ਵੈਕਿਊਲ ਵੱਡੇ ਹੁੰਦੇ ਜਦਕਿ ਐਨੀਮਲ ਸੈਲ 'ਚ ਵੈਕਿਊਲ ਛੋਟੇ ਹੁੰਦੇ ਹੈਗੇ ਆ। ਇਸ ਤੋਂ ਇਲਾਵਾ ਕਿ ਜਿਹੜੇ ਪਲਾਂਟ ਸੈਲ ਹੈ ਇਹਨਾਂ ਦੇ ਵਿੱਚ ਕਲੋਰੋਪਲਾਸਟ ਪ੍ਰੈਜ਼ੈਂਟ ਆ, ਐਨੀਮਲ ਸੈਲ ਦੇ ਵਿੱਚ ਨਹੀਂ ਹੁੰਦਾ। ਇਸ ਤਰੀਕੇ ਨਾਲ ਕੁਛ ਹੀ ਡਿਫਰੈਂਸ ਹੈ, ਅਦਰਵਾਈਜ਼ ਇਹਨਾਂ ਦੇ ਕਾਫੀ ਸਾਰੇ ਜਿਹੜੇ ਆਰਗੇਨਲੀਜ਼ ਆ ਔਰ ਉਹਨਾਂ ਦੇ ਫੰਕਸ਼ਨ ਉਹ ਸੇਮ ਹੈਗੇ ਆ। ਸੋ ਸਟਾਰਟ ਕਰਦੇ ਹਾਂ ਕਿ ਜਿਹੜੀਆਂ ਇਹਨਾਂ ਦੀਆਂ ਆਰਗੇਨਲੀਜ਼ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਆ। ਹੁਣ ਮੇਨ 3 ਪਾਰਟ ਹੁੰਦੇ ਆ ਸੈਲਸ ਦੇ, ਮੇਨ 3 ਪਾਰਟ ਹੁੰਦੇ ਹੈਗੇ ਆ। ਫਸਟ ਪਲਾਜ਼ਮਾ ਮੈਮਰੀਨ ਜਾਂ ਸੈਲ ਵਾਲ ਹੁੰਦੀ ਆ। ਉਸ ਤੋਂ ਬਾਅਦ ਵਿੱਚ ਜਿਹੜਾ ਫਲੂਡ ਹੁੰਦਾ ਪ੍ਰੈਜ਼ੈਂਟ ਜਿਹਨੂੰ ਅਸੀਂ ਸਾਈਟੋਪਲਾਜ਼ਮ ਕਹਿ ਦਿੰਦੇ, ਜਿਹਦੇ ਵਿੱਚ ਸਭ ਆਰਗੇਨਲੀਜ਼ ਪ੍ਰੈਜ਼ੈਂਟ ਹੁੰਦੀਆਂ ਆ, ਮੈਮਰੀਨ ਬਾਉਂਡ ਆਰਗੇਨਲੀਜ਼। ਇਸ ਤੋਂ ਨੈਕਸਟ ਹੈ ਮਿਡ ਦੇ ਵਿੱਚ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਜਿਹਦੇ ਵਿੱਚ ਕ੍ਰੋਮੈਟਿਡਸ ਵਗੈਰਾ ਪ੍ਰੈਜ਼ੈਂਟ ਹੁੰਦੇ ਆ, ਜਿਹੜੇ ਕਿ ਅੱਗੇ ਕ੍ਰੋਮੋਜ਼ੋਮਸ ਫਾਰਮ ਕਰਦੇ ਔਰ ਸਾਰੀ ਜੈਨੇਟਿਕ ਇਨਫੋਰਮੇਸ਼ਨ ਇਹਦੇ ਵਿੱਚ ਹੀ ਪ੍ਰੈਜ਼ੈਂਟ ਹੁੰਦੀ ਹੈ। ਠੀਕ ਹੈ, ਸੋ ਇਹ 3 ਮੇਨ ਪਾਰਟ ਹੈ, ਇਹਨਾਂ ਦੀ ਬਾਰੇ ਅੱਗੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੇ ਹੈ ਯੂਕੈਰੀਓਟਿਕ ਸੈਲਸ ਕੀ ਹੁੰਦੇ ਆ, ਜਿਨ੍ਹਾਂ ਦੇ ਅੰਦਰ ਜਿਹੜਾ ਨਿਊਕਲੀਅਸ ਹੈ ਉਹ ਇੱਕ ਪ੍ਰੋਪਰ ਆਰਗੇਨਲੀ ਦੇ ਵਿੱਚ ਇੱਕ ਪ੍ਰੋਪਰ ਮੈਮਰੀਨ ਦੇ ਨਾਲ ਹੀ ਕਵਰ ਹੈ। ਉਹਨੂੰ ਅਸੀਂ ਬੋਲ ਦਿੰਦੇ ਹਾਂ ਟਰੂ ਨਿਊਕਲੀਅਸ ਔਰ ਯੂਕੈਰੀਓਟਿਕ ਸੈੱਲ, ਜਿੱਦਾਂ ਕਿ ਐਨੀਮਲ ਸੈੱਲ ਹੋ ਗਏ ਜਾਂ ਪਲਾਂਟ ਸੈੱਲ ਹੋ ਗਏ। ਇਹਨਾਂ ਦੇ ਜੈਨੇਟਿਕ ਮਟੀਰੀਅਲ ਕਿਸ ਫਾਰਮ 'ਚ ਆ, ਕ੍ਰੋਮੋਜ਼ੋਮ ਦੀ ਫਾਰਮ 'ਚ ਆ, ਔਰ ਉਹ ਇਸ ਏਰੀਆ ਦੇ ਵਿੱਚ ਇਸ ਨਿਊਕਲੀਅਸ ਦੇ ਪਾਰਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹੈਗੇ ਆ। ਫਿਰ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਸਾਈਟੋਪਲਾਜ਼ਮ ਹੈਗਾ ਆ ਉਹਦੇ ਵਿੱਚ ਕਈ ਸਾਰੇ ਪਾਰਟ ਪ੍ਰੈਜ਼ੈਂਟ ਆ। ਕੰਪਾਰਟਮੈਂਟਲਾਈਜੇਸ਼ਨ ਆਫ ਸਾਈਟੋਪਲਾਜ਼ਮ ਦੱਸੀ ਹੋਈ ਹੈ। ਹੁਣ ਯੂਕੈਰੀਓਟਿਕ ਸੈੱਲ ਦੇ 3 ਮੇਨ ਪਾਰਟ ਜਿਨ੍ਹਾਂ ਦੀ ਆਪਾਂ ਗੱਲ ਕੀਤੀ, ਸੈਲ ਮੈਮਰੀਨ ਜਾਂ ਪਲਾਜ਼ਮਾ ਮੈਮਰੀਨ, ਸੈਲ ਵਾਲ ਹੋ ਗਈ, ਸਾਈਟੋਪਲਾਜ਼ਮ ਹੋ ਗਿਆ ਔਰ ਨਿਊਕਲੀਅਸ ਹੋ ਗਿਆ। ਫਿਰ ਹੈ ਕਿ ਜਿਹੜੀ ਯੂਕੈਰੀਓਟਿਕ ਸੈੱਲ ਪਲਾਂਟ ਔਰ ਐਨੀਮਲ ਇਹ ਦੋਨੋਂ ਯੂਕੈਰੀਓਟਿਕ ਸੈਲਸ ਹੈਗੇ ਆ। ਅਗਰ ਤੇ ਸੈਲ ਵਾਲ ਹੈ ਤਾਂ ਉਹ ਪਲਾਂਟ ਸੈੱਲ ਹੈ, ਐਨੀਮਲ ਸੈਲ 'ਚ ਸੈਲ ਵਾਲ ਨਹੀਂ ਹੁੰਦੀ ਹੈਗੀ, ਕਿਉਂਕਿ ਜਿਹੜੇ ਐਨੀਮਲ ਸੈੱਲ ਆ ਉਹ ਮੂਵ ਕਰਦੇ ਹੈਗੇ ਆ। ਐਨੀਮਲਸ ਮੂਵ ਕਰਦੇ ਆਪਣੀ ਸ਼ੈਲਟਰ ਲਈ ਜਾਂ ਫੂਡ ਦੇ ਲਈ ਜਾਂ ਰਿਪਰੋਡਕਸ਼ਨ ਦੇ ਲਈ ਉਹਨਾਂ ਨੂੰ ਮੂਵ ਕਰਨਾ ਪੈਂਦਾ। ਸੋ ਇਸ ਕਰਕੇ ਉਹਨਾਂ ਦੇ ਵਿੱਚ ਸੈਲ ਵਾਲ ਪ੍ਰੈਜ਼ੈਂਟ ਨਹੀਂ ਹੁੰਦੀ ਹੈਗੀ, ਕਿਉਂਕਿ ਸੈਲਸ ਦੀ ਮੂਵਮੈਂਟ ਜਿਹੜੀ ਹੈਗੀ ਆ ਉਹ ਉਹਦੇ ਵਾਸਤੇ ਜ਼ਰੂਰੀ ਆ ਕਿ ਉਹਦੇ ਵਿੱਚ ਸੈਲ ਵਾਲ ਨਹੀਂ ਹੋਣੀ ਚਾਹੀਦੀ। ਪਲਾਂਟਸ ਦਾ ਸਟੇਸ਼ਨਰੀ ਆ ਇੱਕ ਹੀ ਜਗ੍ਹਾ 'ਤੇ ਰਹਿਣਾ, ਔਰ ਉੱਥੇ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਲਈ ਸੈਲ ਵਾਲ ਦੀ ਜ਼ਰੂਰਤ ਪੈਂਦੀ ਹੈਗੀ ਹੈ, ਜਿਹੜੀ ਉਹਨੂੰ ਸਟਿਫਨੈਸ ਪ੍ਰੋਵਾਈਡ ਕਰਦੀ ਆ ਪਲਾਂਟ ਸੈੱਲ ਨੂੰ। ਫਿਰ ਹੈ ਕਿ ਹੁਣ ਆਪਾਂ ਇਹਨਾਂ ਦੇ ਬਾਰੇ ਗੱਲ ਕਰਦੇ ਹਾਂ, ਜਿੰਨੀਆਂ ਵੀ ਇਹ ਪਾਰਟਸ ਹੈਗੇ। ਸਭ ਤੋਂ ਪਹਿਲੇ ਸੈਲ ਵਾਲ ਔਰ ਪਲਾਜ਼ਮਾ ਮੈਮਰੀਨ ਦੀ ਗੱਲ ਕਰ ਲੈਂਦੇ ਹਾਂ। ਠੀਕ ਹੈ, ਹੁਣ ਜਿਹੜੀ ਸੈਲ ਮੈਮਰੀਨ ਆ ਜਿਹਨੂੰ ਅਸੀਂ ਪਲਾਜ਼ਮਾ ਮੈਮਰੀਨ ਕਹਿ ਦਿੰਦੇ ਹਾਂ, ਇਹਦੀ ਕੰਪੋਜੀਸ਼ਨ ਕੀ ਆ ਕਿ ਇਹ ਲਿਪਿਡ ਲੇਅਰ ਪ੍ਰੋਟੀਨ ਔਰ ਕਾਰਬੋਹਾਈਡਰੇਟ ਇਹਨਾਂ ਸਭ ਨੂੰ ਮਿਲਾ ਕੇ ਕੀ ਬਣਦੀ ਹੈਗੀ ਆ, ਸੈਲ ਮੈਮਰੀਨ ਬਣਦੀ ਹੈਗੀ ਆ। ਠੀਕ ਹੈ, ਮੇਨਲੀ ਲਿਪਿਡ ਦੀ ਫਾਰਮ 'ਚ ਕੀ ਪ੍ਰੈਜ਼ੈਂਟ ਹੁੰਦੇ ਆ, ਫੋਸਫੋਗਲਿਸਰਾਈਡਸ ਪ੍ਰੈਜ਼ੈਂਟ ਹੁੰਦੇ ਆ ਸੈਲ ਮੈਮਰੀਨ ਦੇ ਵਿੱਚ। ਔਰ ਇਸ ਤੋਂ ਇਲਾਵਾ ਜਿਹੜੀ ਹੁਣੀ ਸੈਲ ਮੈਮਰੀਨ ਹੁੰਦੀ ਆ ਇਹਦਾ ਆਊਟਰ ਪਾਰਟ ਹੁੰਦਾ ਹਾਈਡਰੋਫਿਲਿਕ ਔਰ ਇਨਰ ਪਾਰਟ ਹੁੰਦਾ ਹਾਈਡਰੋਫੋਬਿਕ। ਇਸ ਤਰੀਕੇ ਨਾਲ ਪਾਰਟ ਬਣੀ ਹੁੰਦੀ ਇਹਦੇ ਵਿੱਚ। ਹੈਡ ਪਾਰਟ ਵਾਟਰ ਲਵਿੰਗ ਆ, ਹਾਈਡਰੋਫਿਲਿਕ ਜਿਹੜਾ ਵਾਟਰ ਲਵਿੰਗ, ਵਾਟਰ ਨੂੰ ਅਟਰੈਕਟ ਕਰ ਸਕਦਾ ਆ, ਵਾਟਰ ਨੂੰ ਪਾਸ ਹੋਣ ਦੇ ਸਕਦਾ ਮੈਮਰੀਨ ਦਾ ਪਾਰਟ। ਔਰ ਇਨਰ ਮੈਮਰੀਨ ਟੇਲ ਨੂੰ ਬੋਲਿਆ ਜਾਂਦਾ, ਔਰ ਇਹ ਆਇਲ ਲਵਿੰਗ ਹੁੰਦੀ, ਇਸ ਕਰਕੇ ਹਾਈਡਰੋਫੋਬਿਕ ਆ ਕਿ ਇਹ ਫੈਟ ਵਗੈਰਾ ਦੇ ਨਾਲ ਪਾਰਟ ਬਣਿਆ ਹੁੰਦਾ ਸੈਲ ਮੈਮਰੀਨ ਦਾ। ਸੈਲ ਮੈਮਰੀਨ ਦਾ ਆਊਟਰ ਪਾਰਟ ਔਰ ਇਨਰ ਪਾਰਟ, ਆਊਟਰ ਪਾਰਟ ਹਾਈਡਰੋਫਿਲਿਕ ਔਰ ਇਨਰ ਪਾਰਟ ਹਾਈਡਰੋਫੋबिक। ਫਿਰ ਹੈ ਕਿ ਅਗਰ ਜਿਹੜੀ ਸੈਲ ਮੈਮਰੀਨ ਹੈ ਹੁਣ ਇਹਦੇ ਵਿੱਚ ਕੀ ਹੁੰਦਾ, ਪ੍ਰੋਟੀਨ 2 ਤਰ੍ਹਾਂ ਦੇ ਪ੍ਰੈਜ਼ੈਂਟ ਹੁੰਦੇ ਆ। ਇੱਕ ਹੁੰਦੇ ਇੰਟੀਗਰਲ ਪ੍ਰੋਟੀਨ, ਇੱਕ ਹੁੰਦੇ ਪੈਰੀਫਰਲ ਪ੍ਰੋਟੀਨ। ਇੰਟੀਗਰਲ ਜਿਹੜੀ ਅੰਦਰ ਵਾਲੀ ਸਾਈਡ ਆ, ਪੈਰੀਫਰਲ ਜਿਹੜੇ ਪੈਰੀਫੈਰੀ ਮਤਲਬ ਬਾਹਰ ਵਾਲੇ ਹਿੱਸੇ 'ਚ ਪ੍ਰੈਜ਼ੈਂਟ ਹੈਗੇ ਆ, ਉਹਨੂੰ ਅਸੀਂ ਪੈਰੀਫਰਲ ਪ੍ਰੋਟੀਨ ਬੋਲਦੇ ਹਾਂ।
ਇਹਨਾਂ ਨੂੰ ਦੱਸਿਆ ਗਿਆ ਆ ਫਲੂਇਡ ਮੋਜ਼ੇਕ ਮਾਡਲ ਦੇ ਨਾਲ। ਫਲੂਇਡ ਮੋਜ਼ੇਕ ਮਾਡਲ ਜਿਹੜਾ ਸੀਗਾ ਇਹਦੇ ਵਿੱਚ ਇਹਨੂੰ ਦਿੱਤਾ ਸੀ ਸਿੰਗਰ ਐਂਡ ਨਿਕੋਲਸਨ, ਦੋ ਸਾਇੰਟਿਸਟ ਨੇ ਇਹਦੇ ਬਾਰੇ ਦੱਸਿਆ ਸੀ ਇਸ ਮਾਡਲ ਦੇ ਬਾਰੇ। ਔਰ ਇਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਸੈੱਲ ਮੈਮਬਰੇਨ ਦੇ ਥਰੂ ਕਿਸ ਤਰੀਕੇ ਨਾਲ ਹੁੰਦੀ, ਮਤਲਬ ਜਿਹੜਾ ਵੀ ਮਟੀਰੀਅਲ ਆ ਉਹ ਸੈੱਲ ਮੈਮਬਰੇਨ ਦੇ ਥਰੂ ਕਿਸ ਤਰੀਕੇ ਨਾਲ, ਵਾਟਰ ਹੈ, ਪ੍ਰੋਟੀਨ ਹੈ, ਕੋਈ ਹੋਰ ਮੋਲੀਕਿਊਲ ਉਹ ਕਿਸ ਤਰੀਕੇ ਨਾਲ ਸੈੱਲ ਦੇ ਅੰਦਰ ਪਾਸ ਕਰਦੇ ਆ। ਹੁਣ ਸੈੱਲ ਮੈਮਬਰੇਨ ਦਾ ਫੰਕਸ਼ਨ ਕੀ ਹੈ? ट्रांसपोर्ट ऑफ न्यूक्लियस मॉलिक्यूल्स ਨੂੰ ट्रांसपोर्ट ਕਰਨ 'ਚ ਹੈਲਪ ਕਰਦਾ। प्रोटीन है, कार्बोहाइड्रेट है, शुगर मॉलिक्यूल्स है, चाहे वाटर मॉलिक्यूल्स है। ਹੁਣ ड्यू टू फ्लूइड नेचर प्लाज्मा मेम्ब्रेन कैन हेल्प इन द सैल ग्रोथ, सिक्रीशन एंड सैल डिवीजन। ਇਹ ਸਾਰੇ ਫੰਕਸ਼ਨਸ ਹੈਗੇ ਆ ਸੈੱਲ ਮੈਮਬਰੇਨ ਦੇ ਕਿ ਸੈੱਲ ਦੀ ਗਰੋਥ ਦੇ ਵਿੱਚ, ਮੈਟੀਰੀਅਲ ਨੂੰ ਸਿਕਰੇਟ ਕਰਨ ਦੇ ਵਿੱਚ, ਔਰ ਸੈੱਲ ਡਿਵੀਜ਼ਨ ਦੇ ਵਿੱਚ ਇਹਦਾ ਰੋਲ ਹੁੰਦਾ ਆ। ਜਿਹੜੀ ਪਲਾਜ਼ਮਾ ਮੈਮਬਰੇਨ ਹੈ ਇਹ ਸੈਮੀ ਪਰਮੀਏਬਲ ਹੁੰਦੀ ਆ, ਮਤਲਬ ਸਿਲੈਕਟਿਵ ਮਟੀਰੀਅਲ ਜਿਹੜਾ ਹੈ ਮੈਮਬਰੇਨ ਤੋਂ ਉਹੀ ਅੰਦਰ ਜਾ ਸਕਦਾ, ਸਾਰਾ ਸਬਸਟੈਂਸ ਜਿਹੜਾ ਉਹ ਐਂਟਰ ਨਹੀਂ ਕਰ ਸਕਦਾ ਹੈਗਾ ਸੈੱਲ ਦੇ ਅੰਦਰ। ਫਿਰ ਹੈ ਕਿ ਹੁਣ ਜਿਹੜੀ ਫਲੂਇਡ ਮੋਜ਼ੇਕ ਮਾਡਲ ਆ ਇਹਦੇ ਵਿੱਚ ਇਹੀ ਸਮਝਾਇਆ ਗਿਆ ਸੀ ਕਿ ਜਿਹੜਾ ਮਟੀਰੀਅਲ, ਜਿਹੜਾ ਸਬਸਟੈਂਸ ਸੈੱਲ ਦੇ ਅੰਦਰ ਜਾਂ ਬਾਹਰ ਮੂਵ ਕਰਦਾ ਉਹ ਕਿਸ ਤਰੀਕੇ ਨਾਲ ਉਹ ਟਰਾਂਸਪੋਰਟ ਹੁੰਦਾ ਆ। ਹੁਣ ਦੋ ਸਿਸਟਮ ਕੰਮ ਕਰਦੇ, ਐਕਟਿਵ ਟਰਾਂਸਪੋਰਟ ਐਂਡ ਪੈਸਿਵ ਟਰਾਂਸਪੋਰਟ। ਐਕਟਿਵ ਟਰਾਂਸਪੋਰਟ ਦੇ ਵਿੱਚ ਕੀ ਹੁੰਦਾ ਆ ਕਿ ਇਹਦੇ ਵਿੱਚ ਮੋਲੀਕਿਊਲ ਜਿਹੜੀ ਹੈ, ਕੋਈ ਵੀ ਮੋਲੀਕਿਊਲ, ਵਾਟਰ ਮੋਲੀਕਿਊਲ ਦੀ ਅਗਰ ਆਪਾਂ ਗੱਲ ਕਰੀਏ, ਸੈੱਲ ਮੈਮਬਰੇਨ ਤੋਂ ਐਕਟਿਵ ਟਰਾਂਸਪੋਰਟੇਸ਼ਨ ਦੇ ਥਰੂ ਐਂਟਰ ਕਰਦੇ ਆ ਫਰੋਮ ਲੋਅਰ ਟੂ ਹਾਇਰ ਕੰਸਨਟ੍ਰੇਸ਼ਨ, ਕਿ ਜਿੱਧਰ ਕੰਸਨਟ੍ਰੇਸ਼ਨ ਲੋ ਹੈਗੀ ਆ ਉਧਰੋਂ ਹਾਇਰ ਕੰਸਨਟ੍ਰੇਸ਼ਨ ਵੱਲ ਮੂਵ ਕਰਦੇ ਹੈਗੇ ਆ। ਇਹ ਐਕਟਿਵ ਟਰਾਂਸਪੋਰਟੇਸ਼ਨ। ਇਹਦੇ ਵਿੱਚ ਐਨਰਜੀ ਕੰਜ਼ਿਊਮ ਹੁੰਦੀ ਆ। ਸੋ ਇਹਦੇ ਲਈ ਮਤਲਬ ਵਾਟਰ ਤੋਂ ਇਲਾਵਾ ਪ੍ਰੋਟੀਨ ਵਗੈਰਾ ਜੋ ਹੈ ਉਹ ਅਗਰ ਪਾਸ ਕਰਨੇ, ਲਾਰਜ ਮੋਲੀਕਿਊਲਸ ਕੋਈ ਪਾਸ ਕਰਨੇ ਆ, ਉਹ ਸਿੱਧੇ ਸੈੱਲ ਮੈਮਬਰੇਨ ਤਾਂ ਅੰਦਰ ਪਾਸ ਨਹੀਂ ਕਰਨ ਦਿੰਦੀ। ਇਸ ਕਰਕੇ ਇੱਕ ਸਪੈਸ਼ਲ ਟਾਈਪ ਦੇ ਚੈਨਲ ਬਣੇ ਹੁੰਦੇ ਆ। ਉਹ ਚੈਨਲ ਜਿਹੜੇ ਹੈਗੇ ਆ ਉਹਨਾਂ ਦੇ ਥਰੂ ਹੀ ਮਟੀਰੀਅਲ ਜਿਹੜਾ ਉਹ ਅੰਦਰ ਪਾਸ ਕਰਦਾ ਹੈ ਫਰੋਮ ਲੋਅਰ ਕੰਸਨਟ੍ਰੇਸ਼ਨ, ਜਿੱਧਰ ਕੰਸਨਟ੍ਰੇਸ਼ਨ ਘੱਟ ਆ ਉਧਰੋਂ, ਜਿੱਧਰ ਜ਼ਿਆਦਾ ਕੰਸਨਟ੍ਰੇਸ਼ਨ ਆ ਉਸ ਵਾਲੀ ਸਾਈਡ। ਸੋ ਇਹਨੂੰ ਆਪਾਂ ਕਹਿੰਦੇ ਹੈਗੇ ਐਕਟਿਵ ਟਰਾਂਸਪੋਰਟੇਸ਼ਨ। ਐਨਰਜੀ ਕੰਜ਼ਿਊਮ ਕਰਦਾ, ਲੋਅਰ ਟੂ ਹਾਇਰ ਕੰਸਨਟ੍ਰੇਸ਼ਨ ਮੋਲੀਕਿਊਲਸ ਦੀ ਮੂਵਮੈਂਟ ਹੈਲਪ ਕਰਦਾ। ਔਰ ਇਹਦੀ ਐਗਜ਼ਾਮਪਲ ਆ ਕਿ ਸੋਡੀਅਮ ਔਰ ਪੋਟੈਸ਼ੀਅਮ ਪੰਪ ਇਹਦੇ ਵਿੱਚ ਕੰਮ ਕਰਦੇ ਆ। ਫਿਰ ਹੈ ਪੈਸਿਵ ਟਰਾਂਸਪੋਰਟੇਸ਼ਨ। ਪੈਸਿਵ ਟਰਾਂਸਪੋਰਟੇਸ਼ਨ 'ਚ ਐਕਟਿਵ ਟਰਾਂਸਪੋਰਟੇਸ਼ਨ ਦੇ ਨਾਲੋਂ ਉਲਟ ਕੰਮ ਚੱਲਦਾ ਹੈਗਾ ਆ। ਪੈਸਿਵ ਟਰਾਂਸਪੋਰਟੇਸ਼ਨ 'ਚ ਕੀ ਹੁੰਦਾ ਕਿ ਜਿਹੜੇ ਮੋਲੀਕਿਊਲਸ ਹੈਗੇ ਆ ਉਹ ਜਿੱਧਰ ਕੰਸਨਟ੍ਰੇਸ਼ਨ ਜ਼ਿਆਦਾ, ਮੰਨ ਲਓ ਇਹ ਪਲਾਜ਼ਮਾ ਮੈਮਬਰੇਨ ਆ, ਹੁਣ ਅਗਰ ਇੱਧਰ ਕੰਸਨਟ੍ਰੇਸ਼ਨ ਜ਼ਿਆਦਾ ਆ ਔਰ ਸੈੱਲ ਦੇ ਅੰਦਰ ਕੰਸਨਟ੍ਰੇਸ਼ਨ ਘੱਟ ਆ ਵਾਟਰ ਮੋਲੀਕਿਊਲ ਦੀ, ਤਾਂ ਇਹ ਮੈਮਬਰੇਨ ਜਿਹੜੀ ਆ ਵਾਟਰ ਮੋਲੀਕਿਊਲ ਨੂੰ ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਪਾਸ ਕਰਨ ਦੇ ਵਿੱਚ ਹੈਲਪ ਕਰੇਗੀ। ਔਰ ਈਵਨ ਇਹਦੇ ਵਿੱਚ ਐਨਰਜੀ ਰਿਲੀਜ਼ ਹੁੰਦੀ ਹੈ, ਮਤਲਬ ਐਨਰਜੀ ਬਣਦੀ ਹੈਗੀ ਆ। ਸੋ ਆਪਾਂ ਇਹਨੂੰ ਬੋਲਾਂਗੇ ਪੈਸਿਵ ਟਰਾਂਸਪੋਰਟ। ਪੈਸਿਵ ਟਰਾਂਸਪੋਰਟ ਦੇ ਫਰਦਰ ਦੋ ਟਾਈਪ ਹੈਗੇ ਆ, ਸਿੰਪਲ ਡਿਫਿਊਜ਼ਨ ਐਂਡ ਓਸਮੋਸਿਸ। ਸਿੰਪਲ ਡਿਫਿਊਜ਼ਨ 'ਚ ਕੀ ਹੁੰਦਾ ਆ ਕਿ ਜਦੋਂ ਦੋ ਜਿਹੜੇ ਸਬਸਟੈਂਸ ਆ ਉਹ ਡਾਇਰੈਕਟ ਕੰਟੈਕਟ ਦੇ ਵਿੱਚ ਹੈਗੇ ਆ ਔਰ ਇਹਨਾਂ ਦੇ ਵਿੱਚੋਂ ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਮੂਵਮੈਂਟ ਹੁੰਦੀ ਆ ਮੋਲੀਕਿਊਲਸ ਦੀ, ਤਾਂ ਉਹ ਸਿੰਪਲ ਡਿਫਿਊਜ਼ਨ ਆ। ਓਸਮੋਸਿਸ 'ਚ ਕੀ ਹੁੰਦਾ, ਹਾਇਰ ਟੂ ਲੋਅਰ ਮੂਵਮੈਂਟ ਤਾਂ ਸੇਮ ਉੱਦੀ ਹੋ ਰਹੀ ਆ ਜਿੱਦਾਂ ਸਿੰਪਲ ਡਿਫਿਊਜ਼ਨ 'ਚ ਹੁੰਦੀ, ਬਸ ਫਰਕ ਇੰਨਾ ਕਿ ਓਸਮੋਸਿਸ ਦੇ ਵਿੱਚ ਜਿਹੜੇ ਪਾਰਟੀਕਲਸ ਹੈ ਉਹ ਸੈਮੀ ਪਰਮੀਏਬਲ ਮੈਮਬਰੇਨ ਦੇ ਥਰੂ ਪਾਸ ਕਰਕੇ ਅੱਗੇ ਐਂਟਰ ਕਰਦੇ ਹੈਗੇ ਆ ਸੈੱਲ ਦੇ ਅੰਦਰ। ਸੋ ਇਹਨੂੰ ਆਪਾਂ ਬੋਲ ਦਿੰਦੇ ਹੈਗੇ ਓਸਮੋਸਿਸ। ਇਹ ਜਿਹੜੇ ਟਰਾਂਸਪੋਰਟੇਸ਼ਨ ਸਿਸਟਮ ਹੈ ਇਹਦੇ ਥਰੂ ਹੀ ਪਲਾਜ਼ਮਾ ਮੈਮਬਰੇਨ ਤੋਂ ਜਿਹੜੇ ਮੋਲੀਕਿਊਲਸ ਹੈ, ਵਾਟਰ ਮੋਲੀਕਿਊਲਸ ਜਾਂ ਹੋਰ ਮੋਲੀਕਿਊਲਸ, ਉਹ ਅੰਦਰ ਪਾਸ ਕਰਦੇ ਆ। ਨੈਕਸਟ ਹੈ ਸੈੱਲ ਵਾਲ। ਸੈੱਲ ਵਾਲ ਪ੍ਰੈਜ਼ੈਂਟ ਹੁੰਦੀ ਹੈ ਪਲਾਂਟ ਸੈੱਲ ਦੇ ਵਿੱਚ, ਔਰ ਨੋਨ ਲਿਵਿੰਗ ਸਬਸਟੈਂਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੈਲੂਲੋਜ਼, ਉਹਦੇ ਨਾਲ ਮਿਲ ਕੇ ਬਣੀ ਹੁੰਦੀ ਆ, ਸੈਲੂਲੋਜ਼ ਦੇ ਨਾਲ ਮਿਲ ਕੇ। ਸੋ ਜਿਹੜੀ ਸੈੱਲ ਵਾਲ ਹੈ ਇਹ ਨੋਨ ਲਿਵਿੰਗ ਰਿਜਿਡ ਪਾਰਟ ਹੁੰਦਾ ਆ ਪਲਾਂਟ, ਫੰਜਾਈ ਔਰ ਐਲਗੀ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਕੰਪੋਜੀਸ਼ਨ ਕੀ ਹੈ ਇਹਦੀ, मतलब बनती कहना सेलुलोज ना, गैलेक्टिन्स ना और मिनरल्स और कैल्शियम कार्बोनेट ना, फंजाई और एल्गी दे विच बनती है। सैलुलोज हैमी सैलुलोज प्रोटीन और पैक्टिन इस फॉर्म दे विच भी ये बनती हैगी आ। हुण सैल वॉल जिहड़ी है वो डायरैक्ट मतलब एक ही पार्ट नहीं हुंदा, इहदे विच मिड दे विच एक पार्ट हुंदा, उहनूं असीं बोलदे हां मिडल लैमिला। मिडल लैमिला अगे उहदे नाल प्रैजेंट हुंदा प्लाज्मोडेस्माटा, ठीक है। सो ये पार्ट जिहड़ी हैगी ये सैल वॉल दा
ਹਿੱਸਾ ਹੁੰਦੇ ਆ। ਔਰ ਸੈੱਲ ਵਾਲ ਦਾ ਫੰਕਸ਼ਨ ਕੀ ਆ, ਪਹਿਲਾਂ ਤਾਂ ਇਹ ਰਿਜਿਡ ਹੁੰਦੀ ਆ, ਸੈੱਲ ਨੂੰ ਇੱਕ ਪ੍ਰੋਪਰ ਸ਼ੇਪ ਪ੍ਰੋਵਾਈਡ ਕਰਦੀ ਪਲਾਂਟ ਸੈੱਲ ਨੂੰ। ਦੂਸਰਾ, ਹਾਰਸ਼ ਕੰਡੀਸ਼ਨ 'ਚ ਵੀ ਸੈੱਲ ਨੂੰ ਪ੍ਰੋਟੈਕਟ ਕਰਕੇ ਰੱਖਦੀ ਆ। ਫਿਰ ਸੈੱਲ ਟੂ ਸੈੱਲ ਇੰਟਰੈਕਸ਼ਨ, ਮਤਲਬ ਪਲਾਂਟ ਸੈੱਲ ਇੱਕ ਸੈੱਲ ਤੋਂ ਦੂਸਰੇ ਸੈੱਲ ਤੱਕ ਮੈਟੀਰੀਅਲ ਨੂੰ ਟਰਾਂਸਪੋਰਟ ਕਰਨ ਦੇ ਵਿੱਚ ਉਹਨਾਂ ਨੂੰ ਇਕੱਠੇ ਰੱਖਣ 'ਚ ਹੈਲਪ ਕਰਦੀ ਆ। ਫਿਰ ਹੈ ਕਿ ਐਕਟ ਐਜ਼ ਅ ਬੈਰੀਅਰ ਦਾ ਕੰਮ ਕਰਦੀ, ਕਿਸੇ ਵੀ ਮੈਟੀਰੀਅਲ ਨੂੰ ਸਿੱਧਾ ਹੀ ਐਂਟਰ ਨਹੀਂ ਕਰਨ ਦਿੰਦੀ ਅੰਦਰ, ਠੀਕ ਹੈ, ਬੈਰੀਅਰ ਦਾ ਕੰਮ ਕਰਦੀ, ਰੋਕਦੀ ਹੈਗੀ ਆ ਇਹ ਹਾਰਮਫੁਲ ਪਾਰਟੀਕਲਸ ਨੂੰ ਅੰਦਰ ਜਾਣ ਤੋਂ। ਉਸ ਤੋਂ ਬਾਅਦ ਹੈ ਐਂਡੋਪਲਾਜ਼ਮਿਕ ਰੈਕਟੀਕੂਲਮ। ਐਂਡੋਪਲਾਜ਼ਮਿਕ ਰੈਕਟੀਕੂਲਮ ਜਿਹੜਾ ਹੈ, ਇਹਦੇ ਬਾਰੇ ਕਰਨ ਤੋਂ ਪਹਿਲਾਂ ਇੱਕ ਵਾਰ ਇਹਦੀ ਫਿਗਰ ਦੇਖ ਲੈਂਦੇ ਹਾਂ। ਸੋ ਇਹ ਹੈ ਐਂਡੋਪਲਾਜ਼ਮਿਕ ਰੈਕਟੀਕੂਲਮ। ਐਂਡੋਪਲਾਜ਼ਮਿਕ ਰੈਕਟੀਕੂਲਮ ਸੈੱਲ ਦੇ ਅੰਦਰ ਵਾਲੇ ਪਾਰਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ। ਸੈੱਲ ਦੇ ਨਿਊਕਲੀਅਸ ਦੇ ਆਸ-ਪਾਸ ਇਹ ਪ੍ਰੈਜ਼ੈਂਟ ਹੁੰਦੇ ਆ ਇਸ ਤਰੀਕੇ ਨਾਲ। ਹੁਣ ਇਹ ਜਿਹੜੇ ਐਂਡੋਪਲਾਜ਼ਮਿਕ ਰੈਕਟੀਕੂਲਮ ਹੈ, ਨਿਊਕਲੀਅਰ ਐਨਵਲਪ ਦੇ ਨਾਲ ਇਹ ਪ੍ਰੈਜ਼ੈਂਟ ਹੈ। ਹੁਣ ਇਹ ਨਿਊਕਲੀਅਸ ਦੀ ਲੇਅਰ ਹੈ, ਨਿਊਕਲੀਅਸ ਅੰਦਰ, ਨਿਊਕਲੀਅਸ ਦੇ ਬਾਹਰ ਵਾਲੀ ਲੇਅਰ ਨੂੰ ਨਿਊਕਲੀਅਰ ਐਨਵਲਪ ਬੋਲਦੇ ਹਾਂ। ਇਹਦੇ ਆਸ-ਪਾਸ ਇਹ ਬਣੇ ਹੁੰਦੇ ਆ ਐਂਡੋਪਲਾਜ਼ਮਿਕ ਰੈਕਟੀਕੂਲਮ, ER ਇਹਨੂੰ ਕਿਹਾ ਜਾਂਦਾ। ਔਰ ਇਹਦੇ ਦੋ ਟਾਈਪ ਹੁੰਦੇ ਆ, ਇੱਕ ਹੁੰਦਾ ਰਫ ਐਂਡੋਪਲਾਜ਼ਮਿਕ ਰੈਕਟੀਕੂਲਮ ਔਰ ਸਮੂਥ ਐਂਡੋਪਲਾਜ਼ਮਿਕ ਰੈਕਟੀਕੂਲਮ। ਰਫ, ਇਹ ਵਾਲਾ ਜਿਹੜਾ, ਇਹਨੂੰ ਰਫ ਐਂਡੋਪਲਾਜ਼ਮਿਕ ਰੈਕਟੀਕੂਲਮ ਕਹਿੰਦੇ, ਕਿਉਂਕਿ ਇਹਦੇ ਉੱਤੇ ਕੀ ਪ੍ਰੈਜ਼ੈਂਟ ਆ, ਰਾਈਬੋਸੋਮਸ ਪ੍ਰੈਜ਼ੈਂਟ ਆ, ਛੋਟੇ ਛੋਟੇ ਕੋਰਸ ਪਾਰਟੀਕਲ ਪ੍ਰੈਜ਼ੈਂਟ ਆ। ਕੋਰਸ ਪਾਰਟੀਕਲ ਦੀ ਪ੍ਰੈਜ਼ੈਂਸ ਦੇ ਕਰਕੇ ਇਹਨੂੰ ਰਫ ਬੋਲਿਆ ਜਾਂਦਾ। ਔਰ ਇਹ ਪ੍ਰੋਟੀਨ ਫਾਰਮੇਸ਼ਨ 'ਚ ਹੈਲਪ ਕਰਦੇ। ਇਹ ਵਾਲੇ ਜਿਹੜੇ ਆ ਇਹ ਸਮੂਥ ਐਂਡੋਪਲਾਜ਼ਮਿਕ ਰੈਕਟੀਕੂਲਮ ਆ, ਔਰ ਇਹਨਾਂ ਦੇ ਉੱਤੇ ਪ੍ਰੋਟੀਨ ਪ੍ਰੈਜ਼ੈਂਟ ਨਹੀਂ ਆ, ਮਤਲਬ ਰਾਈਬੋਸੋਮਸ ਪ੍ਰੈਜ਼ੈਂਟ ਨਹੀਂ ਆ, ਇਸ ਕਰਕੇ ਲਿਪਿਡ ਫਾਰਮੇਸ਼ਨ 'ਚ ਹੈਲਪ ਕਰੇਗਾ। ਸੋ ਐਂਡੋਪਲਾਜ਼ਮਿਕ ਰੈਕਟੀਕੂਲਮ ER ਹੁੰਦਾ। ਸਮੂਥ ਔਰ ਰਫ ਦੋ ਤਰੀਕੇ ਦਾ ਹੁੰਦਾ, RER ਔਰ SER ਬੋਲ ਦਿੰਦੇ ਆ ਇਹਨੂੰ। ਫਿਰ ਹੈ ਕਿ ਟਿਊਬ ਲਾਈਕ ਸਟਰਕਚਰ ਪ੍ਰੈਜ਼ੈਂਟ ਹੁੰਦਾ ਸਾਈਟੋਪਲਾਜ਼ਮ ਦੇ ਵਿੱਚ ਔਰ ਨਿਊਕਲੀਅਸ ਦੇ ਆਸ-ਪਾਸ ਵਾਲੇ ਏਰੀਆ ਦੇ ਵਿੱਚ। 2 ਕੰਪਾਰਟਮੈਂਟਸ ਪ੍ਰੈਜ਼ੈਂਟ ਹੁੰਦੇ ਆ। ਅੰਦਰ ਵਾਲੇ ਪਾਰਟ ਨੂੰ ਇਨਰ ਲਿਊਮੀਨਲ ਬੋਲਦੇ ਆ, ਬਾਹਰ ਵਾਲੇ ਪਾਰਟ ਨੂੰ ਐਕਸਟਰਾ ਲਿਊਮੀਨਲ ਬੋਲ ਦਿੰਦੇ ਆ। ਸਾਈਟੋਪਲਾਜ਼ਮ ਵਾਲੀ ਸਾਈਡ ਜਿਹੜਾ ਉਹ ਐਕਸਟਰਾ ਲਿਊਮੀਨਲ ਆ, ਔਰ ਜਿਹੜਾ ਨਿਊਕਲੀਅਸ ਦੇ ਨਾਲ ਅਟੈਚ ਆ ਅੰਦਰ ਵਾਲੀ ਸਾਈਡ ਉਹ ਇਨਰ ਲਿਊਮੀਨਲ ਹੈ। ਫਿਰ ਹੈ ਕਿ ਰਫ ਐਂਡੋਪਲਾਜ਼ਮਿਕ ਰੈਕਟੀਕੂਲਮ ਜੋ ਹੈ ਉਹਦੇ ਵਿੱਚ ਰਾਈਬੋਸੋਮ ਸਰਫੇਸ 'ਤੇ ਪ੍ਰੈਜ਼ੈਂਟ ਹੁੰਦੇ ਆ, ਔਰ ਨਿਊਕਲੀਅਸ ਦੇ ਆਸ-ਪਾਸ ਆਊਟਰ ਮੈਮਬ੍ਰੇਨ ਦੇ ਨਾਲ ਇਹ ਅਟੈਚ ਹੁੰਦਾ। ਫੰਕਸ਼ਨ ਕੀ ਹੈ ਇਹਦਾ, ਪ੍ਰੋਟੀਨ ਫਾਰਮੇਸ਼ਨ 'ਚ ਔਰ ਸੀਕ੍ਰੀਸ਼ਨ ਕਰਨ 'ਚ ਹੈਲਪ ਕਰਦਾ। ਸਮੂਥ ਐਂਡੋਪਲਾਜ਼ਮਿਕ ਰੈਕਟੀਕੂਲਮ 'ਚ ਰਾਈਬੋਸੋਮਸ ਤਾਂ ਨਹੀਂ ਹੁੰਦੇ, ਇਸ ਕਰਕੇ ਲਿਪਿਡ ਜਾਂ ਸਟੀਰੋਇਡਲ ਹਾਰਮੋਨਸ ਪ੍ਰੋਡਿਊਸ ਕਰਨ 'ਚ, ਸਿੰਥੇਸਾਈਜ਼ ਕਰਨ 'ਚ ਹੈਲਪ ਕਰਦੇ ਹੈ। ਨੈਕਸਟ ਹੈ ਰਾਈਬੋਸੋਮ ਕੀ ਹੁੰਦਾ ਹੈ। ਹੁਣ ਰਾਈਬੋਸੋਮ ਗ੍ਰੈਨੂਲਰ ਸਟਰਕਚਰ ਹੈ, ਮਤਲਬ ਗ੍ਰੈਨੂਲਸ ਟਾਈਪ, ਜਿੱਦਾਂ ਸੈਂਡ ਹੁੰਦੀ ਹੈਗੀ ਆ ਉਸ ਤਰੀਕੇ ਦੇ ਕੋਰਸ ਪਾਰਟੀਕਲ, ਖੁਰਦਰੇ ਜਿਹੇ ਪਾਰਟੀਕਲ ਹੁੰਦੇ ਆ। ਔਰ ਕਿਹਦੇ ਨਾਲ ਬਣਦੇ, RNA ਐਂਡ ਪ੍ਰੋਟੀਨ, ਇਹਨਾਂ ਨੂੰ ਮਿਲਾ ਕੇ ਰਾਈਬੋਸੋਮ ਫਾਰਮ ਹੁੰਦਾ ਆ। ਹੁਣ ਰਾਈਬੋਸੋਮ ਦੇ ਬਾਰੇ ਕੇਸ ਸਾਇੰਟਿਸਟ ਨੇ ਦੱਸਿਆ ਸੀ, ਜੌਰਜ ਪੈਲੇਡ ਨੇ 1953 ਦੇ ਵਿੱਚ। ਰਾਈਬੋਸੋਮਸ ਦੇ 2 ਯੂਨਿਟ ਹੁੰਦੇ ਆ, ਸਬ ਯੂਨਿਟ ਕਿਹਾ ਜਾਂਦਾ ਇਹਨਾਂ ਨੂੰ, S ਦੇ ਨਾਲ ਇਹਨਾਂ ਨੂੰ ਡਿਨੋਟ ਕਰਦੇ ਆ। ਔਰ ਕੋਫੀਸ਼ੀਐਂਟ ਹੁੰਦਾ ਇੱਕ ਤਰੀਕੇ ਦਾ। ਔਰ ਇਹ 2 ਤਰੀਕੇ ਦੇ ਜਿਹੜੇ ਸਬ ਯੂਨਿਟਸ ਆ ਉਹ ਹੈ 70S ਔਰ 80S। 70S ਔਰ 80S ਦੇ ਵਿੱਚ ਹੁਣ 70S ਯੂਨਿਟ ਜਿਹੜਾ ਹੈ, ਕੋਫੀਸ਼ੀਐਂਟ ਹੈ ਕਿੱਦਾਂ ਬਣਦਾ, 50S ਪਲੱਸ ਨਾਲ 30S, ਇਹਨਾਂ ਦੋਨਾਂ ਦੇ ਨਾਲ ਮਿਲ ਕੇ 70S ਬਣਦਾ। ਹੁਣ ਆਪਾਂ ਮੈਥਮੈਟੀਕਲ ਕੈਲਕੂਲੇਸ਼ਨ ਹੀ ਇਹਦੇ ਵਿੱਚ ਕਰ ਸਕਦੇ, ਮਤਲਬ ਇਹਨਾਂ ਨੂੰ ਪਲੱਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਇੱਦਾਂ ਤਾਂ ਇਹ 80S ਬਣ ਜਾਣਾ। ਸੋ ਇਸ ਤਰੀਕੇ ਨਾਲ ਨਹੀਂ ਇਹ ਹੁੰਦਾ, ਇਹਨੂੰ ਜਸਟ ਯਾਦ ਰੱਖਣਾ ਪੈਂਦਾ ਕਿ 50S ਐਂਡ 30S ਇਹਨਾਂ ਦੋਨਾਂ ਦੇ ਨਾਲ 70S ਬਣਦਾ। ਔਰ 80S ਕਿੱਦਾਂ ਬਣੇਗਾ, 60S ਪਲੱਸ ਨਾਲ 40S, 60S ਅਤੇ 40S ਇਹ ਮਿਲਾ ਕੇ ਬਣਦੇ 80S, ਠੀਕ ਹੈ। 100S ਨਹੀਂ ਬਣਾਉਣੇ, 80S ਬਣਦੇ। ਇਹਨਾਂ ਨੂੰ ਮੈਥਮੈਟੀਕਲ ਫਾਰਮ 'ਚ ਨਹੀਂ ਕੀਤਾ ਜਾ ਸਕਦਾ, ਜਸਟ ਇਹਨਾਂ ਨੂੰ ਲਰਨ ਕਰਨ ਦਾ ਮੈਥਡ ਆ। 50S ਔਰ 30S ਇਹਨਾਂ ਰਿਲੇਟਿਡ ਕਈ ਵਾਰ ਕੁਐਸਚਨ ਵੀ ਪੁੱਛ ਲੈਂਦੇ ਆ। ਸੋ 50S 30S 70S ਬਣਾਉਂਦੇ ਆ, 60S 40S ਬਣਾਉਂਦੇ ਹੈਗੇ ਆ 80S, ਕੋਫੀਸ਼ੀਐਂਟ ਜਿਹੜਾ ਰਾਈਬੋਸੋਮ ਦਾ। ਨੈਕਸਟ ਹੈ ਇਹ ਹੁੰਦੇ ਰਾਈਬੋਸੋਮਸ। ਹੁਣ ਰਾਈਬੋਸੋਮਸ ਜਿਹੜੀ ਆ, ਰਾਈਬੋਸੋਮਸ ਦਾ ਆਪਾਂ ਕੀਤਾ ਹੋਇਆ ਕਿ ਇੱਕ 70S ਹੁੰਦਾ, ਇੱਕ 80S ਹੁੰਦਾ ਆ। ਸੋ ਇਹ ਵਾਲਾ ਹੈ ਲਾਰਜ ਸਬ ਯੂਨਿਟ ਔਰ ਇਹ ਵਾਲਾ ਹੈ ਸਮॉल सब यूनिट।
ਇਹਨਾਂ ਦਾ ਫੰਕਸ਼ਨ ਕੀ ਹੈ, ਇਹ ਜਦੋਂ ਕਿ ਪ੍ਰੋਟੀਨ ਫਾਰਮੇਸ਼ਨ ਹੁੰਦੀ ਆ ਈਵਨ ਹਿਊਮਨ ਬੀਇੰਗ ਦੇ ਅੰਦਰ ਜਾਂ ਐਨੀਮਲ ਸੈੱਲ ਦੇ ਅੰਦਰ, ਪ੍ਰੋਟੀਨ ਫਾਰਮੇਸ਼ਨ ਦੇ ਦੌਰਾਨ ਇਹ ਕੰਮ ਕਰਦੇ ਹੈਗੇ ਆ, ਸਬ ਯੂਨਿਟਸ ਕੰਮ ਕਰਦੇ ਰਾਈਬੋਸੋਮ ਦੇ। ਔਰ RNA ਤੋਂ DNA ਤੋਂ RNA ਬਣਾਉਂਦੇ ਆ, RNA ਤੋਂ ਅੱਗੇ ਪ੍ਰੋਟੀਨ ਫਾਰਮ ਕਰਦੇ ਆ। ਸੋ ਇਸ ਤਰੀਕੇ ਦੇ ਰਾਈਬੋਸੋਮਸ ਹੁੰਦੇ ਆ। ਨੈਕਸਟ ਹੈ ਰਾਈਬੋਸੋਮਸ ਦੇ ਫੰਕਸ਼ਨ। ਸਿੰਪਲ ਪ੍ਰੋਟੀਨ ਫਾਰਮੇਸ਼ਨ ਦੇ ਵਿੱਚ ਹੈਲਪ ਕਰਦੇ ਆ, ਚਾਹੇ ਉਹ ਐਨੀਮਲ ਸੈੱਲ ਹੋਏ ਚਾਹੇ ਉਹ ਪਲਾਂਟ ਸੈੱਲ ਹੋਏ। ਨੈਕਸਟ ਹੈ ਗੋਲਜੀ ਆਪਰੇਟਸ। ਹੁਣ ਗੋਲਜਾਈ ਆਪਰੇਟਸ ਨੂੰ ਦੱਸਿਆ ਸੀ ਕੈਮੀਲੀਓ ਗੋਲਜਾਈ ਨੇ। ਕੈਮੀਲੀਓ ਗੋਲਜਾਈ ਨੇ 1898 ਦੇ ਵਿੱਚ ਸਾਇੰਟਿਸਟ ਨੇ ਦੱਸਿਆ ਸੀ ਕਿ ਗੋਲਜੀ ਆਪਰੇਟਸ ਨਾਮ ਦੀ ਵੀ ਇੱਕ ਚੀਜ਼ ਪ੍ਰੈਜੈਂਟ ਹੁੰਦੀ ਹੈ, ਆਰਗਨਲੀ ਪ੍ਰੈਜੈਂਟ ਹੁੰਦੀ ਆ, ਔਰ ਡੈਂਸਲੀ ਨੀਅਰ ਨਿਊਕਲੀਅਸ ਦੇ ਆਸ-ਪਾਸ ਵਾਲੇ ਏਰੀਆ ਦੇ ਵਿੱਚ ਇਹ ਸਟੇਨਡ ਪਾਰਟ ਹੁੰਦਾ, ਮਤਲਬ ਕਲਰਡ ਪਾਰਟ ਦਿਖਾਈ ਦਿੰਦਾ ਹੈ ਅਗਰ ਮਾਈਕਰੋਸਕੋਪ ਨੀਚੇ ਦੇਖਿਆ ਜਾਏ। ਫਿਰ ਹੈ ਕਿ ਇਹਦੇ ਵਿੱਚ ਜਿਹੜੇ ਫਲੈਟ ਪੈਰਲਰ ਲਾਈਨ ਹੁੰਦੀਆਂ ਇਸ ਤਰੀਕੇ ਦੇ ਕੁਛ ਦਿਖਾਈ ਦਿੰਦੇ ਆ, ਇਸ ਤਰੀਕੇ ਨਾਲ ਬਣੇ ਹੁੰਦੇ ਆ, ਇਹਨਾਂ ਨੂੰ ਅਸੀਂ ਬੋਲ ਦਿੰਦੇ ਹੈਗੇ ਆ ਗੋਲਜੀ ਆਪਰੇਟਸ। ਔਰ ਇਹਦੇ ਵਿੱਚ ਇਹ ਜਿਹੜੇ ਪੈਰਲਰ ਫਾਰਮਸ ਬਣੀਆਂ ਹੋਈਆਂ ਇਹਨਾਂ ਨੂੰ ਅਸੀਂ ਬੋਲਦੇ ਹਾਂ ਸਿਸਟ੍ਰੇਨ, ਔਰ ਇਹ ਸਿਸ ਟ੍ਰਾਂਸਫੇਜ਼ ਦੇ ਵਿੱਚ ਅਟੈਚ ਹੁੰਦੀ ਆ ਅਗਰ ਦੇਖਿਆ ਜਾਏ ਤਾਂ। ਸੋ ਇਹ ਹੈ ਗੋਲਜੀ ਆਪਰੇਟਸ। ਗੋਲਜੀ ਆਪਰੇਟਸ ਇਹ ਪੈਰਲਰ ਲਾਈਨਸ ਬਣੀਆਂ ਹੋਈਆਂ ਇੱਕ ਦੂਸਰੇ ਦੇ ਨਾਲ, ਠੀਕ ਹੈ। ਔਰ ਇਹਨਾਂ ਦੇ ਵਿੱਚ ਕੀ ਹੈ, ਇਹ ਵਾਲਾ ਜਿਹੜਾ ਫੇਜ਼ ਹੈ ਇਹਨੂੰ ਸਿਸ ਫੇਜ਼ ਬੋਲਦੇ ਆ, ਆਹ ਵਾਲਾ ਫੇਜ਼ ਜੋ ਹੈ ਸਾਈਡਸ 'ਤੇ ਲਾਸਟ ਵਾਲਾ ਫੇਜ਼ ਇਹਨੂੰ ਟ੍ਰਾਂਸਫੇਜ਼ ਕਿਹਾ ਜਾਂਦਾ। ਹੁਣ ਇਹਦੇ ਵਿੱਚ ਟਿਊਬ ਟਾਈਪ ਸਟਰਕਚਰ ਬਣਿਆ ਹੋਇਆ, ਇਹ ਟਿਊਬ ਟਾਈਪ ਸਟਰਕਚਰ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਸਿਕ੍ਰੀਟਰੀ ਵੈਸੀਕਲਸ ਹੈ, ਟਿਊਬਸ ਪ੍ਰੈਜੈਂਟ ਹੈਗੀਆਂ, ਵੈਸੀਕਲਸ ਜਿਹੜੀਆਂ ਕਿ ਮੈਟੀਰੀਅਲ ਨੂੰ ਸਿਕ੍ਰੀਟ ਕਰਦੀਆਂ। ਇਹ ਨਿਊਲੀ ਫਾਰਮ ਵੈਸੀਕਲਸ ਹੈ। ਇਹਨਾਂ ਨੂੰ ਹੁਣ ਜਿਹੜੀ ਇਹ ਪਾਰਟ ਆ ਇਹਨਾਂ ਨੂੰ ਕੀ ਕਿਹਾ ਜਾਂਦਾ, ਸਿਸਟ੍ਰੀਨ ਕਿਹਾ ਜਾਂਦਾ ਆ। ਔਰ ਜਿਹੜਾ ਵਿੱਚ ਵਾਲਾ ਪਾਰਟ ਹੁੰਦਾ, ਹੁਣ ਇਸ ਤਰੀਕੇ ਨਾਲ ਜਿਹੜਾ ਬਣਿਆ ਇਹਦੇ ਵਿੱਚ ਵਾਲੇ ਪਾਰਟ ਨੂੰ ਅਸੀਂ ਕਹਾਂਗੇ ਲਿਊਮਨ। ਸੋ ਇਹ ਗੋਲਜੀ ਆਪਰੇਟਸ ਜੋ ਵੀ ਪ੍ਰੋਟੀਨ ਔਰ ਲਿਪਿਡ ਫਾਰਮ ਹੁੰਦਾ ਆ ਐਂਡੋਪਲਾਜ਼ਮਿਕ ਰੈਕਟੀਕੂਲਮ ਤੋਂ, ਉਹ ਇਹਦੇ ਵਿੱਚ ਪਾਸ ਹੋ ਜਾਂਦਾ ਆ, ਇਹਦੇ ਥਰੂ ਪੈਕੇਜਿੰਗ ਮਟੀਰੀਅਲ ਦੇ ਤੌਰ 'ਤੇ ਉਹ ਸੈੱਲ ਦੇ ਪਾਰਟਸ ਤੱਕ ਪਹੁੰਚਦਾ ਹੈ ਸਿਸ ਟ੍ਰਾਂਸਫੇਜ਼ ਦੇ ਥਰੂ, ਜਿੱਥੇ ਜਿੱਥੇ ਉਹਨਾਂ ਦੀ ਜ਼ਰੂਰਤ ਹੁੰਦੀ ਮਟੀਰੀਅਲ ਦੀ। ਸੋ ਅੱਗੇ ਹੈ ਸਿਸ ਟ੍ਰਾਂਸਫੇਜ਼ ਵਿੱਚ ਪ੍ਰੈਜੈਂਟ ਹੁੰਦਾ। ਫਿਰ ਹੈ ਫੰਕਸ਼ਨ ਕੀ ਆ, ਗਲਾਈਕੋਪ੍ਰੋਟੀਨ ਐਂਡ ਗਲਾਈਕੋਲਿਪਿਡ ਬਣਾਉਂਦਾ ਆ। ਅਗਰ ਰਫ ਐਂਡੋਪਲਾਜ਼ਮਿਕ ਨਾਲ ਰਿਲੇਟ ਹੈਗਾ ਆ ਤਾਂ ਗਲਾਈਕੋਪ੍ਰੋਟੀਨ ਬਣਾਏਗਾ, ਕਿਉਂਕਿ ਉਹ ਪ੍ਰੋਟੀਨ ਬਣਾਉਂਦਾ ਸੀ, ਇਹ ਗਲਾਈਕੋਪ੍ਰੋਟੀਨ ਬਣਾ ਦੇਗਾ। ਹੁਣ ਸਮੂਥ ਐਂਡੋਪਲਾਜ਼ਮਿਕ ਰੈਕਟੀਕੂਲਮ ਤੇ ਲਿਪਿਡ ਫਾਰਮ ਕਰਦਾ, ਸਮੂਥ ਐਂਡੋਪਲਾਜ਼ਮਿਕ ਰੈਕਟੀਕੂਲਮ ਉਹਦੇ ਨਾਲ ਮਿਲ ਕੇ ਕੰਮ ਕਰੇਗਾ ਤਾਂ ਗਲਾਈਕੋਲਿਪਿਡ ਬਣਾ ਦੇਗਾ। ਫਿਰ ਹੈ ER ਦੇ ਥਰੂ ਜੋ ਵੀ ਮਟੀਰੀਅਲ ਆਇਆ ਉਹਨੂੰ ਇਹ ਟਰਾਂਸਪੋਰਟ ਕਰਦਾ ਆ। ਨੈਕਸਟ ਹੈ ਲਾਈਜ਼ੋਜ਼ੋਮਸ। ਕੀ ਹੁੰਦੇ ਆ ਲਾਈਜ਼ੋਜ਼ੋਮਸ, ਜਿਹੜੇ ਉਹ ਪਾਰਟ ਹੁੰਦੇ ਜਿਹਦੇ ਵਿੱਚ ਕਾਫੀ ਸਾਰੇ ਐਨਜ਼ਾਈਮਸ ਪ੍ਰੈਜੈਂਟ ਹੁੰਦੇ ਆ, ਔਰ ਇੱਕ ਇਸ ਤਰੀਕੇ ਨਾਲ ਬਣਦੇ ਗੋਲਜੀ ਆਪਰੇਟਸ ਦੀ ਪੈਕੇਜਿੰਗ ਦੇ ਥਰੂ ਇਹ ਫਾਰਮ ਹੁੰਦੇ ਆ। ਕਾਫੀ ਸਾਰੇ ਐਨਜ਼ਾਈਮ ਆ, ਮੇਨਲੀ ਲਾਈਪੇਜ਼, ਪ੍ਰੋਟੀਏਜ਼ ਔਰ ਕਾਰਬੋਹਾਈਡਰੇਜ਼ ਆ। ਸੈੱਲ ਦੇ ਅੰਦਰ ਜੋ ਕਾਰਬੋਹਾਈਡਰੇਟ ਪ੍ਰੋਟੀਨ ਐਂਟਰ ਕਰਦਾ ਜਾਂ ਲਿਪਿਡ ਐਂਟਰ ਕਰਦੇ ਆ ਉਹ ਇਹਦੇ ਥਰੂ ਹੀ ਬ੍ਰੇਕ ਹੁੰਦੇ ਆ। ਲਾਈਪੇਜ਼ ਐਨਜ਼ਾਈਮ ਲਿਪਿਡ ਨੂੰ ਬ੍ਰੇਕ ਕਰੇਗਾ, ਪ੍ਰੋਟੀਏਜ਼ ਪ੍ਰੋਟੀਨ ਨੂੰ ਬ੍ਰੇਕ ਕਰੇਗਾ, ਕਾਰਬੋਹਾਈਡਰੇਜ਼ ਜੋ ਹੈ ਐਨਜ਼ਾਈਮ ਇਹ ਕਾਰਬੋਹਾਈਡਰੇਟ ਨੂੰ ਬ੍ਰੇਕ ਕਰਕੇ ਸਿੰਪਲ ਸ਼ੂਗਰ 'ਚ ਕਨਵਰਟ ਕਰ ਦੇਗਾ ਸੈੱਲ ਦੇ ਅੰਦਰ। ਇਹਨੂੰ ਸੁਸਾਈਡਲ ਬੈਕ ਕਿਉਂ ਕਹਿੰਦੇ ਆ, ਹੁਣ ਬਿਕੋਜ਼ ਕਿ ਜਿਹੜਾ ਇਹਦੇ ਵਿੱਚ ਜਿਹੜੇ ਜਰਮਸ ਵਗੈਰਾ ਹੈ ਸੈੱਲ ਦੇ ਅੰਦਰ ਐਂਟਰ ਕਰ ਜਾਂਦੇ ਤਾਂ ਇਹੀ ਲਾਈਜ਼ੋਜ਼ੋਮਸ ਉਹਨਾਂ ਨੂੰ ਖ਼ਤਮ ਕਰ ਦਿੰਦੇ ਹੈ, ਐਨਗਲਫ ਕਰ ਦਿੰਦੇ ਹੈ। ਔਰ ਫਿਰ ਹੈ ਕਿ ਐਕਟਿਵ ਐਟ ਦਾ ਐਸਿਡਿਕ pH, ਅਗਰ ਐਸਿਡਿਕ pH ਹੈਗੀ ਇਹਦੀ ਲਾਈਕ 5 ਹੋ ਗਈ, 6-7 pH, 7 ਤਾਂ ਨਹੀਂ, ਚਲੋ 6.5 ਜਾਂ 6.9 ਦੇ ਆਸ-ਪਾਸ ਅਗਰ ਹੈ, ਜਾਂ 1-2-3 ਕੋਈ ਵੀ pH ਹੈ ਉਹਦੇ 'ਤੇ ਐਸਿਡਿਕ pH ਦੇ ਉੱਤੇ ਕੰਮ ਕਰਦਾ ਹੈ। ਇਹ 1 ਤੋਂ ਲੈ ਕੇ 7 ਤੱਕ ਜਿੰਨੀ pH ਹੋ ਉਹਦੇ ਅੰਦਰ ਕੰਮ ਕਰੇਗਾ ਇਹ। ਔਰ ਲਾਈਜ਼ੋਜ਼ਾਈਮਸ ਜੋ ਹੈ ਲਾਈਜ਼ੋਜ਼ੋਮਸ ਉਹ ਇਸ ਤਰੀਕੇ ਦੇ ਦਿਖਾਈ ਦਿੰਦੇ ਆ, ਠੀਕ ਹੈ। ਲਾਈਜ਼ੋਜ਼ੋਮਸ ਦੀ ਮੈਮਰੀਨ ਹੁੰਦੀ ਆ, ਇਹ ਵਾਲੀ ਆਊਟਰ ਮੈਮਰੀਨ ਹੈ, ਵਿੱਚ ਐਨਜ਼ਾਈਮਸ ਪ੍ਰੈਜੈਂਟ ਹੈ, ਲਾਈਪੇਜ਼, ਪ੍ਰੋਟੀਏਜ਼ਸ ਜੋ ਵੀ ਐਨਜ਼ਾਈਮ ਆ, ਠੀਕ ਹੈ। ਔਰ ਇਹ ਕੀ ਕਰਦਾ, ਪ੍ਰੋਟੀਨਸ ਨੂੰ ਟਰਾਂਸਪੋਰਟ ਵੀ ਕਰਨ ਦਾ ਕੰਮ ਕਰਦਾ ਹੈ, ਠੀਕ ਹੈ। ਸੋ ਕੰਬਾਈਨਡ ਡਾਇਗਰਾਮ ਇਹਦਾ ਐਨੀਮਲ ਸੈੱਲ ਦਾ ਅੱਗੇ ਬਣਿਆ ਹੋਇਆ, ਇੱਕ ਵਾਰ ਉਹਦੇ ਵੱਲ ਦੇਖ ਲਾਂਗੇ। ਸੋ ਨੈਕਸਟ ਹੈ ਇਹਦੇ ਵਿੱਚ ਹੁਣ ਲਾਈਜ਼ੋਜ਼ਾਈਮ ਦੇ ਅੰਦਰ ਜਿੰਨੇ ਵੀ ਪ੍ਰੈਜੈਂਟ ਹੁੰਦੇ ਆ ਐਨਜ਼ਾਈਮਸ ਉਹ ਸਭ ਹਾਈਡਰੋਲਿਟਿਕ ਐਨਜ਼ਾਈਮਸ ਹੈ। ਐਗਜ਼ਾਮ ਦੇ ਵਿੱਚ ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ ਕਾਫੀ ਟਾਈਮਸ ਇਹ ਕੁਐਸਚਨ ਆਇਆ ਹੋਇਆ ਕਿ ਲਾਈਜ਼ੋਜ਼ੋਮਸ ਜਿਹੜੇ ਹੈਗੇ ਉਹਦੇ ਵਿੱਚ ਕਿਹੜੇ ਐਨਜ਼ਾਈਮ ਆ, ਕਿਹਨਾਂ ਦਾ ਰਿਜ਼ਰਵਾਇਰ ਹੈਗਾ ਇਹ, ਠੀਕ ਹੈ। ਸੋ ਉਹਦਾ ਆਏਗਾ ਹਾਈਡਰੋਲਿਟਿਕ ਐਨਜ਼ਾਈਮਸ ਪ੍ਰੈਜੈਂਟ ਹੁੰਦੇ ਆ। ਫਿਰ ਹੈ
ਵੈਕਿਊਲਸ ਕੀ ਹੁੰਦੇ ਆ, ਹੁਣ ਛੋਟੇ ਛੋਟੇ ਵੈਕਿਊਲਸ ਪ੍ਰੈਜ਼ੈਂਟ ਹੁੰਦੇ ਐਨੀਮਲ ਸੈਲ 'ਚ। ਪਲਾਂਟ ਸੈਲ ਦੇ ਵਿੱਚ ਇੱਕ ਹੀ ਬਹੁਤ ਵੱਡਾ ਵੈਕਿਊਲ ਹੁੰਦਾ ਔਰ ਪੂਰਾ ਮੈਕਸਿਮਮ ਸੈਲ ਦਾ ਪਾਰਟ ਉਹੀ ਵੈਕਿਊਲ ਕਵਰ ਕਰਦਾ। ਸੋ ਮੈਮਰੀਨ ਬਾਉਂਡ ਸਪੇਸ ਸਾਈਟੋਪਲਾਜ਼ਮ ਦੇ ਅੰਦਰ ਪ੍ਰੈਜ਼ੈਂਟ ਹੈ, ਠੀਕ ਹੈ। ਕੋਈ ਵੀ ਵੈਕਿਊਲ ਐਨੀਮਲ ਸੈਲ 'ਚ ਨੰਬਰ ਆਫ ਵੈਕਿਊਲਸ ਕਾफ़ी ਸਾਰੀ ਹੁੰਦੀ ਆ ਐਨੀਮਲ ਸੈਲ 'ਚ, ਲਾਰਜ ਸਾਈਜ਼ ਇੱਕ ਹੀ ਪਲਾਂਟ ਸੈਲ ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਔਰ ਇਹਦੇ ਵਿੱਚ ਕੀ ਹੁੰਦਾ ਆ, ਵਾਟਰ ਔਰ ਕੁਛ ਐਕਸਕ੍ਰੀਟਰੀ ਪ੍ਰੋਡਕਟ ਜੋ ਹੁੰਦੀ ਆ, ਐਕਸਕ੍ਰੀਸ਼ਨ ਦੇ ਲਈ ਜੋ ਵੀ ਵੇਸਟ ਹੁੰਦਾ ਉਹ ਸਾਰਾ ਵੈਕਿਊਲ ਦੇ ਅੰਦਰ ਜਾਂਦਾ ਆ। ਇਸ ਤੋਂ ਬਾਅਦ ਹੈ ਕਿ ਬਾਉਂਡ ਬਾਈ ਦ ਸਿੰਗਲ ਮੈਮਰੀਨ ਕੋਲਡ ਦਾ ਟੋਨੋਪਲਾਸਟ। ਹੁਣ ਵੈਕਿਊਲ ਦੀ ਜਿਹੜੀ ਮੈਮਰੀਨ ਆ, ਲੇਅਰ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ, ਟੋਨੋਪਲਾਸਟ ਬੋਲਦੇ ਹਾਂ ਉਹਨੂੰ, ਠੀਕ ਹੈ। ਉਹਨੂੰ ਕਿਹਾ ਜਾਂਦਾ ਟੋਨੋਪਲਾਸਟ। ਫਿਰ ਹੈ ਇਹਦਾ ਫੰਕਸ਼ਨ ਕੀ ਹੈਗਾ, ਐਕਸਕ੍ਰੀਸ਼ਨ 'ਚ ਹੈਲਪ ਕਰਦਾ ਔਰ ਫੂਡ ਵੈਕਿਊਲ ਦੇ ਤੌਰ 'ਤੇ ਵੀ ਕੰਮ ਕਰਦਾ ਕਈ ਆਰਗੇਨਿਜ਼ਮਸ 'ਚ। ਜਿੱਦਾਂ ਅਗਰ ਆਪਾਂ ਗੱਲ ਕਰੀਏ ਅਮੋਇਬਾ ਦੀ, ਹੈ ਨਾ, ਅਮੋਇਬਾ ਵਗੈਰਾ ਜਿਹੜੇ ਹੈਗੇ ਆਰਗੇਨਿਜ਼ਮਸ, ਉਹਨਾਂ ਦੇ ਅੰਦਰ ਇਹ ਫੂਡ ਵੈਕਿਊਲ ਦਾ ਕੰਮ ਕਰਦਾ। ਇਸ ਵੈਕਿਊਲ 'ਚ ਫੂਡ ਜਾਂਦਾ ਹੈਗਾ ਆ, ਜੋ ਵੀ ਐਨਗਲਫ ਕਰਦੇ ਆ ਉਹ ਫੂਡ। ਐਗਜ਼ਾਮ ਦੇ ਅਕੋਰਡਿੰਗ ਇਹ ਕਾਫੀ ਇੰਪੋਰਟੈਂਟ ਟੋਪਿਕਸ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ ਬਾਕੀ ਦੇ ऑर्गेनलीज बारे। सो वीडियो अच्छी लगे तो लाइक और सब्सक्राइब ज़रूर कर देना। थैंक्स फॉर वॉचिंग द वीडियो।